ਪੰਜਾਬ ਦੀ ਸਿਆਸਤ ਦੇ ਵਿੱਚ 2022 ਦੇ ਇਲੈਕਸ਼ਨ ਨਜ਼ਦੀਕ ਨੇ। ਇਸ ਵਾਰ ਵੀ 2022 ਦੇ ਵਿੱਚ ਸਿਆਸੀ ਆਗੂ ਪਹੁੰਚਣਗੇ ਡੇਰੇ। ਦੇਖੋ ਸਾਨੂੰ ਇਹ ਪਤਾ ਲੱਗਿਆ ਅੰਦਰ ਖਾਤੇ ਪਾਰਟੀਆਂ ਲੱਗੀਆਂ ਹੋਈਆਂ ਨੇ। ਅੰਦਰ ਖਾਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਅਪਰੋਚ ਕਰ ਰਹੀਆਂ ਨੇ ਡੇਰੇ ਨੂੰ। ਡੇਰਿਆਂ ਤੋਂ ਬਿਨਾਂ ਵੀ ਰਾਜਨੀਤੀ ਹੋ ਸਕਦੀ, ਜਦੋਂ ਡੇਰੇ ਨਹੀਂ ਸੀ ਉਦੋਂ ਵੀ ਰਾਜਨੀਤੀ ਹੁੰਦੀ ਸੀ। ਇਹ ਤਾਂ ਕੱਲ੍ਹ ਦੇ ਪੈਦਾ ਹੋਏ ਨਾ ਡੇਰੇ। 30-40 ਸਾਲ ਦੀ ਸਾਰੀ ਗੇਮ ਆ ਕਿ ਉਹ ਤੋਂ ਪਹਿਲਾਂ ਰਾਜਨੀਤੀ ਨਹੀਂ ਹੁੰਦੀ ਸੀ ਪੰਜਾਬ 'ਚ। ਇਸ ਕਰਕੇ ਸਿਆਸੀ ਪਾਰਟੀਆਂ ਨੂੰ ਸੌਂਕਾਂ ਦੀ ਇਹਨਾਂ ਦੀ ਕਾਟ ਕਰਨੀ ਚਾਹੀਦੀ ਹੈ। ਕੀ ਲੱਗਦਾ ਜਿੱਦਾਂ ਕਿ ਹੁਣ ਤੱਕ ਡੇਰਾ ਵੱਡਾ ਪ੍ਰਭਾਵ ਰੱਖਦਾ ਰਿਹਾ, ਵੋਟਾਂ ਦੀ ਰਾਜਨੀਤੀ ਹੁੰਦੀ ਰਹੀ ਹੈ, ਸਿਆਸੀ ਆਗੂ ਵੱਡੇ ਅਹੁਦਿਆਂ ਤੇ ਜਿਹੜੇ ਅੱਜ ਬੈਠੇ ਨੇ ਇਹ ਨਤਮਸਤਕ ਹੁੰਦੇ ਰਹੇ ਨੇ ਡੇਰੇ ਜਾ ਕੇ। ਕੀ ਲੱਗਦਾ ਪੰਜਾਬ ਦੀ ਸਿਆਸਤ ਦੇ ਵਿੱਚ 2022 ਦੇ ਇਲੈਕਸ਼ਨ ਨਜ਼ਦੀਕ ਨੇ, ਇਸ ਵਾਰ ਵੀ 2022 ਦੇ ਵਿੱਚ ਸਿਆਸੀ ਆਗੂ ਪਹੁੰਚਣਗੇ ਡੇਰੇ? ਦੇਖੋ ਸਾਨੂੰ ਇਹ ਪਤਾ ਲੱਗਿਆ ਅੰਦਰ ਖਾਤੇ ਪਾਰਟੀਆਂ ਲੱਗੀਆਂ ਹੋਈਆਂ ਨੇ। ਅੰਦਰ ਖਾਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਅਪਰੋਚ ਕਰ ਰਹੀਆਂ ਨੇ ਡੇਰੇ ਨੂੰ। ਬਹੁਤ ਸਾਰੀਆਂ ਪਾਰਟੀਆਂ, ਕਿਉਂਕਿ ਡੇਰਾ ਇੰਨਾ ਬੇਨਕਾਬ ਹੋ ਗਿਆ। ਕੋਈ ਵੀ ਪਾਰਟੀ ਡੇਰੇ ਤੇ ਜਾਏਗੀ, ਸਿੱਖ ਵੋਟ ਕੰਸੋਲੀਡੇਟ ਹੋ ਜਾਏਗਾ ਉਹਦੇ ਖਿਲਾਫ। ਡੇਰੇ ਨਾਲ ਜਿਹੜੀ ਵੀ ਪਾਰਟੀ ਸੰਬੰਧ ਰੱਖੇਗੀ, ਸਿੱਖ ਜਿਹੜੇ ਨੇ ਉਹਦੇ ਐਂਟੀ ਹੋ ਜਾਣਗੇ। ਇਸ ਕਰਕੇ ਉਹ ਸਿੱਖਾਂ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀਆਂ ਸਿਆਸੀ ਪਾਰਟੀਆਂ। ਉਹ ਚੁੱਪ ਚਪੀਤੇ ਡੇਰੇ ਤੋਂ ਬੈਨੀਫਿਟ ਲੈਣਾ ਚਾਹੁੰਦੀਆਂ ਨੇ। ਉਹਦੇ ਲਈ ਉਹ ਹਰ ਹੱਥ ਕੰਡੇ ਅਪਣਾ ਰਹੀਆਂ ਨੇ, ਡੇਰੇ ਤੱਕ ਅਪਰੋਚ ਵੀ ਕਰ ਰਹੀਆਂ ਨੇ। ਲਗਭਗ ਸਾਰੀ ਸਿਆਸੀ ਪਾਰਟੀਆਂ ਨੇ ਬੈਕ ਚੈਨਲ ਆ ਜਿਹੜਾ ਦੂਜਾ ਚੈਨਲ ਆ ਉਹ ਖੋਲ੍ਹਿਆ ਹੋਇਆ। ਇੰਡਾਇਰੈਕਟ ਚੈਨਲ ਨਹੀਂ, ਇੰਡਾਇਰੈਕਟ ਚੈਨਲ ਖੋਲ੍ਹਿਆ ਹੋਇਆ। ਇੰਡਾਇਰੈਕਟ ਤਰੀਕੇ ਨਾਲ ਡੇਰੇ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਤਾਂ ਕਿ ਡੇਰਾ ਉਹਨਾਂ ਦੇ ਪੱਖ 'ਚ ਭੁਗਤੇ। ਇਹ ਨਹੀਂ ਹੈ ਕਿ ਇਹ ਸਾਰੀ ਗੱਲ ਹੋਣ ਤੋਂ ਬਾਅਦ ਜਿਹੜਾ ਮਾਲਵੇ ਦੇ ਅੰਦਰ ਡੇਰੇ ਦਾ ਵੋਟ ਬੈਂਕ ਸੀਗਾ ਉਹ ਕਿਤੇ ਚਲਾ ਗਿਆ, ਉੱਥੇ ਹੀ ਖੜਾ ਹੈਗਾ। ਉਹਦੇ 'ਚ ਕੁਛ ਲੋਕ ਟੁੱਟੇ ਹੋਣਗੇ, ਕੁਛ ਲੋਕ ਜੁੜੇ ਹੋਣਗੇ, ਨਵੇਂ ਉਸ ਪੱਧਰ 'ਤੇ ਨਹੀਂ ਜੁੜੇ ਕਿਉਂਕਿ ਇਹਨਾਂ ਦੀ ਐਕਟੀਵਿਟੀ ਨਹੀਂ ਆ ਹੁਣ ਉਸ ਤਰ੍ਹਾਂ ਦੀ। ਬੇਅਦਬੀ 'ਚ ਨਾ ਆ ਗਿਆ। ਖਾਸ ਤੌਰ 'ਤੇ ਬੇਅਦਬੀ 'ਚ ਨਾ ਆਉਣ ਤੋਂ ਬਾਅਦ ਕੋਈ ਵੀ ਸਿਆਸੀ ਪਾਰਟੀ ਇਹ ਗਲਤੀ ਨਹੀਂ ਕਰੇਗੀ ਕਿ ਉਹ ਸਿੱਖਾਂ ਨੂੰ ਆਪਣੇ ਐਂਟੀ ਕਰ ਲਏ। ਇਸ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਕਰ ਰਹੀਆਂ ਨੇ, ਪਰ ਸਿਆਸੀ ਪਾਰਟੀਆਂ ਨੂੰ ਸਬਕ ਲੈਣ ਦੀ ਲੋੜ ਆ। ਜੇ ਤੁਸੀਂ ਮਾੜਾ ਮੋਟਾ ਵੀ ਤੁਹਾਡਾ ਪਿਆਰ ਪੰਜਾਬ ਨਾਲ ਆ, ਸਮਾਜ ਨਾਲ ਆ, ਤਾਂ ਇਸ ਤਰ੍ਹਾਂ ਦੀ ਰਾਜਨੀਤੀ ਛੱਡਣੀ ਚਾਹੀਦੀ ਹੈ। ਡੇਰਿਆਂ ਤੋਂ ਬਿਨਾਂ ਵੀ ਰਾਜਨੀਤੀ ਹੋ ਸਕਦੀ, ਜਦੋਂ ਡੇਰੇ ਨਹੀਂ ਸੀ ਉਦੋਂ ਵੀ ਰਾਜਨੀਤੀ ਹੁੰਦੀ ਸੀ। ਇਹ ਤਾਂ ਕੱਲ੍ਹ ਦੇ ਪੈਦਾ ਹੋਏ ਨਾ ਡੇਰੇ। 30-40 ਸਾਲ ਦੀ ਸਾਰੀ ਗੇਮ ਆ ਕਿ ਉਹ ਤੋਂ ਪਹਿਲਾਂ ਰਾਜਨੀਤੀ ਨਹੀਂ ਹੁੰਦੀ ਸੀ ਪੰਜਾਬ 'ਚ। ਇਸ ਕਰਕੇ ਸਿਆਸੀ ਪਾਰਟੀਆਂ ਨੂੰ ਸੌਂਕਾਂ ਦੀ ਇਹਨਾਂ ਦੀ ਕਾਟ ਕਰਨੀ ਚਾਹੀਦੀ ਹੈ। ਸਿਆਸੀ ਪਾਰਟੀਆਂ ਇਹਨਾਂ ਦੀ ਕਾਟ ਕਰਨ, ਇਸ ਤਰ੍ਹਾਂ ਦੀ ਰਾਜਨੀਤੀ ਤੋਂ ਬਚਣ, ਤਾਂ ਹੀ ਸਮਾਜ ਲਈ ਬਿਹਤਰ ਆ। ਅੱਜ ਦੇ ਫੈਸਲੇ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਲੋਕਾਂ ਦੇ ਵਿੱਚ ਚੇਤਨਾ ਆਊਗੀ? ਕਿਉਂਕਿ RS ਬੈਂਸ ਸੀਨੀਅਰ ਐਡਵੋਕੇਟ ਨੇ, ਉਹਨਾਂ ਨੇ ਇੱਕ ਵੱਡਾ ਤੰਜ ਵੀ ਕੱਸਿਆ। ਉਹ ਕਹਿੰਦੇ ਕਿ ਇੰਨਾ ਐਕਸਪੋਜ਼ ਹੋ ਗਿਆ ਡੇਰਾ, ਉਸ ਦੇ ਬਾਵਜੂਦ ਵੀ ਭਗਤ ਮੋਹ ਨਹੀਂ ਛੱਡ ਰਹੇ, ਜਿਹੜੇ ਕਿ ਪ੍ਰਭਾਵ ਲਗਾਤਾਰ ਰੱਖਦੇ ਰਹੇ ਆ। ਮਾਲਵੇ ਦੇ ਵਿੱਚ ਡੇਰਾ ਵੱਡਾ ਪ੍ਰਭਾਵ ਰੱਖਦਾ ਰਿਹਾ ਕਿ ਇਸ ਵਾਰ ਵੀ ਉਸੇ ਤਰ੍ਹਾਂ ਦਾ ਇਫੈਕਟ। ਦੇਖੋ ਸਾਡਾ ਜਿਹੜਾ ਸਮਾਜ ਆ ਵਿਕਰਮ, ਇੱਥੇ ਨਾ ਜਿਵੇਂ ਤੁਸੀਂ ਪੱਛਮ 'ਚ ਜਾਂਦੇ ਹੋ, ਉੱਥੇ ਸਾਈਕੈਟਰਿਸਟ ਤੇ ਸਾਈਕੋਲੋਜਿਸਟ ਬਹੁਤ ਵੱਡੇ ਪੱਧਰ 'ਤੇ ਨੇ। ਦੇਖੋ ਹਰ ਸਮਾਜ ਆ ਜਿਹੜਾ ਉਹ ਬਹੁਤ ਵੱਡੇ ਪੱਧਰ 'ਤੇ ਡਿਪਰੈਸ਼ਨ ਦਾ ਸ਼ਿਕਾਰ ਹੈਗਾ। ਅਮਰੀਕਾ ਦੇ ਅੰਦਰ ਬਹੁਤ ਵੱਡਾ ਡਿਪਰੈਸ਼ਨ ਆ ਲੋਕਾਂ 'ਚ। ਕੈਪੀਟਲਿਜ਼ਮ 'ਚੋਂ ਡਿਪਰੈਸ਼ਨ ਨਿਕਲਦਾ, ਜਦੋਂ ਨੀਂਦ ਘਟਦੀ ਉਦੋਂ ਡਿਪਰੈਸ਼ਨ ਨਿਕਲਦਾ। ਬਹੁਤ ਸਾਰੇ ਕਾਰਨ ਹੁੰਦੇ ਨੇ ਡਿਪਰੈਸ਼ਨ ਦੇ। ਤਾਂ ਡਿਪਰੈਸ਼ਨ ਨੇ ਜਿਹੜੇ ਉਹਦੇ ਕਾਰਨ ਲੋਕ ਸਾਈਕੋਲੋਜਿਸਟਾਂ ਕੋਲ, ਸਕੈਟਰਿਸਟਾਂ ਕੋਲ ਜਾਂਦੇ। ਸਾਡੇ ਕੀ ਹੈ, ਸਾਡੇ ਇੱਥੇ ਡੇਰੇ ਉਹਨਾਂ ਨੂੰ ਐਕਸਪਲਾਈਟ ਕਰਦੇ ਨੇ। ਇੰਡੀਆ ਦੇ ਅੰਦਰ ਪੰਜਾਬ 'ਚ ਕੀ ਹੈ ਕਿ ਜਿਹੜੇ ਲੋਕ ਬਿਮਾਰ ਨੇ, ਉਹਨਾਂ ਨੇ ਕਿਸੇ ਸਹੀ ਥਾਂ ਦੇ ਉੱਤੇ ਜਾਣਾ ਜਿੱਥੇ ਉਹਨਾਂ ਦਾ ਇਲਾਜ ਹੋਵੇ। ਉਹ ਸਹੀ ਥਾਂ ਛੱਡ ਕੇ ਉਹ ਡੇਰਿਆਂ ਵੱਲ ਆਉਂਦੇ ਨੇ। ਉਹਨਾਂ ਨੂੰ ਲੱਗਦਾ ਸਾਡੀ ਮੁਕਤੀ ਇਹ ਕਰੇਗਾ। ਬਿਮਾਰ ਬੰਦੇ ਨੇ ਜਿਹੜੇ ਉਹ ਡੇਰਿਆਂ ਦਾ ਹਿੱਸਾ ਬਣਦੇ ਨੇ। ਮਾਨਸਿਕ ਤੌਰ 'ਤੇ ਬਿਮਾਰ। ਮਾਨਸਿਕ ਤੌਰ 'ਤੇ ਬਿਮਾਰ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕੋਈ ਰੋੜੇ ਚਲਾਉਣ ਲੱਗ ਜੂ, ਕੋਈ ਪੱਥਰ ਮਾਰਨ ਲੱਗ ਜੂ। ਮਾਨਸਿਕ ਤੌਰ 'ਤੇ ਬਿਮਾਰੀ ਕੋਈ ਬਰੀਕ ਤੋਂ ਬਰੀਕ, ਜਿਵੇਂ ਕਿਹਾ ਜਾਂਦਾ ਇਨ ਦਿਸ ਨਾਰਮਲ ਵਰਲਡ ਐਵਰੀਵਨ ਇਜ਼ ਨਾਰਮਲ, ਮਤਲਬ ਕਿਸੇ ਨਾ ਕਿਸੇ 'ਚ ਕੋਈ ਨਾ ਕੋਈ ਘਾਟ ਜਿਹੜੀ ਹੁੰਦੀ ਹੈਗੀ ਮਾਨਸਿਕ ਤੌਰ 'ਤੇ, ਇਸ ਕਰਕੇ ਹੁੰਦੀ ਹੈ ਕਿ ਕੋਈ ਨਾ ਕੋਈ ਹੁੰਦਾ। ਉਹ ਠੀਕ ਵੀ ਹੁੰਦੀ ਰਹਿੰਦੀ ਹੈ। ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਕਿਹਾ ਜਾਂਦਾ ਕਿ ਦੁਨੀਆ 'ਤੇ ਜਦੋਂ ਵਿਟਾਮਿਨ D ਘਟਿਆ ਹੈਗਾ, ਵਿਟਾਮਿਨ D ਜਿਹੜਾ ਸਟ੍ਰੈਸ ਨੂੰ ਦੂਰ ਕਰਦਾ ਹੈਗਾ, ਜਿਵੇਂ ਧੁੱਪੇ ਬੈਠਣਾ, ਧੁੱਪੇ ਖੜ੍ਹਨਾ, ਧੁੱਪੇ ਜਾਣਾ ਲੋਕਾਂ ਦਾ ਘਟਿਆ ਹੈਗਾ, ਉਦੋਂ ਤੋਂ ਦੁਨੀਆ 'ਚ ਸਟ੍ਰੈਸ ਬਹੁਤ ਜ਼ਿਆਦਾ ਵਧਿਆ ਹੈਗਾ। ਇਸੇ ਕਰਕੇ ਨੌਕਰੀਆਂ ਦੇਖੋ ਕਿਸ ਤਰ੍ਹਾਂ ਦੀਆਂ ਨੇ। ਬਾਹਰ ਦੀਆਂ ਨੌਕਰੀਆਂ ਘੱਟ ਨੇ, ਕਾਰਪੋਰੇਟ ਦੀਆਂ ਨੌਕਰੀਆਂ ਸਾਰੀਆਂ ਅੰਦਰ ਬਹਿ ਕੇ ਹੁੰਦੀਆਂ ਨੇ। ਧੁੱਪ ਦੇ ਨਾਲ ਬੰਦੇ ਦਾ ਰਿਲੇਸ਼ਨ ਨਹੀਂ ਹੈਗਾ। ਅਤੇ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਦਾ ਫਾਇਦਾ ਇਹ ਬਾਬੇ ਉਠਾਉਂਦੇ ਨੇ, ਜੇ ਡੇਰੇ ਨੇ ਉਠਾਉਂਦੇ ਨੇ। ਜਾਗਰੂਕ ਲਹਿਰਾਂ ਇਕੱਲਾ ਕੁਛ ਨਹੀਂ ਕਰਨੀਆਂ ਕਿ ਸਿਰਫ ਜਾਗਰੂਕ ਲਹਿਰਾਂ ਨਾ ਹੋ ਜਾਏਗਾ। ਜਦੋਂ ਤੱਕ ਇੱਕ ਹੋਲਿਸਟਿਕ ਅੰਡਰਸਟੈਂਡਿੰਗ ਸਮਾਜ 'ਚ ਨਹੀਂ ਬਣੇਗੀ ਕਿ ਕਿਸ ਤਰੀਕੇ ਨਾਲ ਇਹ ਤੋਂ ਬਚਣਾ, ਜਿਵੇਂ ਸਕੈਟਰਿਸਟ ਤੇ ਸਾਈਕੋਲੋਜਿਸਟ ਮੈਂ ਕਹਿਣਾ, ਜਦੋਂ ਤੱਕ ਉਹ ਲੋਕ ਨਹੀਂ ਆਉਣਗੇ ਜਿਹੜੇ ਅਗਵਾਈ ਕਰਨਗੇ ਕਿ ਇਹਨਾਂ ਤੋਂ ਬਚਣਾ ਕਿਵੇਂ ਆ, ਉਦੋਂ ਤੱਕ ਫਿਰ ਲੋਕ ਇੱਥੇ ਹੀ ਜਾਂਦੇ ਰਹਿਣਗੇ। ਜਿਹੜੇ ਲੋਕ ਜਾਂਦੇ ਨੇ ਉਹਨਾਂ ਨੂੰ ਵਿਕਟਮ ਮੰਨੋ, ਤੁਸੀਂ ਉਹਨਾਂ ਨੂੰ ਦੋਸ਼ੀ ਨਹੀਂ ਮੰਨ ਸਕਦੇ। ਡੇਰਿਆਂ 'ਚ ਜਾਣ ਵਾਲੇ ਲੋਕ ਦੋਸ਼ੀ ਨਹੀਂ ਆ, ਪੀੜਤ ਆ। ਬਹੁਤ ਸਾਰੀਆਂ ਗੱਲਾਂ ਦੇ ਪੀੜਤ ਹੋਣਗੇ। ਜਿਵੇਂ ਕਿਸੇ ਦੇ ਕਿਤੇ ਵੀ ਕੁਛ ਚੱਲ ਰਿਹਾ ਹੁੰਦਾ, ਬੰਦੇ ਨੂੰ ਲੱਗਦਾ ਬਾਬਾ ਮੇਰਾ ਇਲਾਜ ਕਰ ਦੂ, ਹੈ ਨਾ। ਘਰ 'ਚ ਕੋਈ ਲੜਾਈ ਹੈ, ਕੋਈ ਅੱਗੇ ਦੁਸ਼ਮਣੀ ਹੈ ਕਿਸੇ ਨਾਲ, ਕੋਈ ਹੋਰ ਹੋ ਗਿਆ, ਬੰਦੇ ਨੂੰ ਲੱਗਦਾ ਗ੍ਰਹਿ ਆ ਗਏ ਮੇਰੇ 'ਤੇ, ਆ ਗਿਆ, ਉਹ ਜਾਂਦਾ ਇਹਨਾਂ ਕੋਲ। ਉਹਨਾਂ ਚੀਜ਼ਾਂ ਦਾ ਜਦੋਂ ਇਲਾਜ ਹੋਏਗਾ ਵਿਕਰਮ, ਉਹਨਾਂ ਚੀਜ਼ਾਂ ਦਾ ਜਦੋਂ ਇੱਕ ਅਲਟਰਨੇਟ ਹੋਏਗਾ, ਬਦਲ ਹੋਏਗਾ,
ਹਨਾ, ਜੇ ਮਾਨਸਿਕ ਰੋਗਾਂ ਦੇ ਮੈਂ ਕਹਿਣਾ ਜਾਂ ਹੋਰ, ਉਦੋਂ ਫਿਰ ਨਹੀਂ। ਉਹ ਪੀੜਤ ਲੋਕ ਨੇ, ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਡਾਇਲੌਗ ਹੋਵੇ, ਕਿਸ ਤਰ੍ਹਾਂ ਉਹਨਾਂ ਦੀ ਇੰਗੇਜਮੈਂਟ ਹੋਵੇ, ਇਹ ਗੱਲ ਇੰਪੋਰਟੈਂਟ ਆ। ਫੇਰ ਹੀ ਇਹ ਡੇਰਿਆਂ ਦੇ ਵੱਲ ਲੋਕ ਨਹੀਂ ਜਾਣਗੇ। ਜਿੱਦਾਂ ਕਿ ਹੁਣ ਤੱਕ ਡੇਰਾ ਮੁਖੀ ਨੇ ਜਿੱਦਾਂ ਵੀ ਕਿਹਾ, ਉਸੇ ਹਿਸਾਬ ਨਾਲ ਲੋਕਾਂ ਨੇ ਅੱਖਾਂ ਬੰਦ ਕਰਕੇ ਉਹ ਕੰਮ ਕਰ ਦਿੱਤਾ, ਜਾਂ ਕਹਿ ਲਈਏ ਕਿ ਇਕੱਠੇ ਹੋ ਕੇ ਵੋਟ ਪੋਲ ਹੋ ਗਈ। ਉਸੇ ਤਰ੍ਹਾਂ ਹੁਣ ਡੇਰਾ ਮੁਖੀ ਤਾਂ ਜੇਲ੍ਹ ਦੇ ਅੰਦਰ ਹੈ, ਕਿ ਇਸੇ ਤਰ੍ਹਾਂ ਹੁਣ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਇਲੈਕਸ਼ਨ ਦੇ ਵਿੱਚ, ਕਿ ਇਕੱਠੇ ਹੋ ਕੇ ਵੋਟ ਭੁਗਤਦੀ ਨਜ਼ਰ ਆ ਸਕਦੀ ਹੈ ਇੱਕ ਬੰਨੇ? ਦੇਖੋ, ਇਹ ਵੈਸੇ ਤਾਂ ਔਖਾ ਸਵਾਲ ਆ, ਪਰ ਅਲਟੀਮੇਟ ਚਾਬੀ ਹੈ ਜਿਹੜੀ ਉਹ ਬੀਜੇਪੀ ਦੇ ਹੱਥ ਆ। ਹਾਲਾਂਕਿ ਡੇਰਾ ਐਂ ਵੀ ਪੈਂਦਾ ਰਿਹਾ, ਇੱਕ ਸੀਟ ਤੇ ਇੱਕ ਨੂੰ ਪੈ ਗਿਆ, ਦੂਜੇ ਤੇ ਦੂਜੇ ਨੂੰ ਪੈ ਗਿਆ, ਪਰ ਕਿਉਂਕਿ ਕੇਂਦਰ 'ਚ ਵੀ ਬੀਜੇਪੀ ਹੈ, ਸਾਰੇ ਕੇਸ ਬੀਜੇਪੀ ਕੋਲ ਨੇ, ਹੋਰ ਬਹੁਤ ਸਾਰੇ CBI ਵਾਲਾ ਜਿਹੜਾ ਸਾਰਾ ਉਹ ਮਸਲਾ ਹੈਗਾ, ਉਹਦੇ 'ਚ ਕੁਝ ਵੀ ਹੋ ਸਕਦਾ ਅੱਗੇ ਜਾ ਕੇ। ਦੂਸਰਾ ਜਿਹੜਾ ਮਸਲਾ ਹੈਗਾ ਕਿ ਹਰਿਆਣੇ 'ਚ ਵੀ ਡੇਰਾ ਇਹਨਾਂ ਦਾ, ਹਰਿਆਣੇ 'ਚ ਹਰਿਆਣੇ 'ਚ ਵੀ ਬੀਜੇਪੀ ਦੀ ਸਰਕਾਰ ਆ, ਇਸ ਕਰਕੇ ਜ਼ਿਆਦਾ ਸਪੋਰਟ ਇਹਨਾਂ ਦੀ ਬੀਜੇਪੀ ਨੂੰ ਰਹੇਗੀ। ਇਸੇ ਕਰਕੇ ਪੰਜਾਬ 'ਚ ਬੀਜੇਪੀ ਇਹ ਸੋਚ ਰਿਹਾ ਕਿ ਅਸੀਂ ਹੋਰ ਕੰਬੀਨੇਸ਼ਨ ਬਣਾ ਕੇ ਡੇਰੇ ਦੀ ਸਪੋਰਟ ਲੈ ਲਾਂਗੇ, ਮਾਲਵੇ ਸਾਡੇ ਕੋਲ ਡੇਰੇ ਦੀ ਸਪੋਰਟ ਹੋਏਗੀ, ਇਸ ਤਰ੍ਹਾਂ ਦਾ ਉਹਨਾਂ ਦਾ ਅੰਦਾਜ਼ਾ। ਤਾਂ ਡੇਰਾ ਕਿੱਥੇ ਭੁਗਦਾ ਕਿੰਨਾ, ਪਰ ਮੈਂ ਉਹੀ ਕਹਿ ਰਿਹਾ ਕਿ ਡੇਰਾ ਹੀ ਰਾਜਨੀਤੀ ਨੂੰ ਪ੍ਰਭਾਵਿਤ ਨਹੀਂ ਕਰਦਾ। ਜਿਹੜਾ ਇਹ ਖੜਾ ਕਰ ਦਿੱਤਾ ਗਿਆ ਨਾ ਪੰਜਾਬ 'ਚ, ਇੱਕ ਸਾਈਕੋਫੀਰ, ਮਤਲਬ ਇੱਕ ਤਰ੍ਹਾਂ ਦਾ ਇੱਕ ਮਨੋਵਿਗਿਆਨਕ ਤੌਰ ਤੇ ਡਰ ਖੜਾ ਕਰ ਦਿੱਤਾ ਗਿਆ ਕਿ ਡੇਰਾ ਹੀ ਰਾਜਨੀਤੀ ਨੂੰ ਡਿਸਾਈਡ ਕਰਦਾ, ਐ ਨਹੀਂ ਹੈ। ਪੰਜਾਬ ਦੀ ਰਾਜਨੀਤੀ ਦੀ, ਹਰਿਆਣੇ ਦੀ ਰਾਜਨੀਤੀ ਨੂੰ ਡੇਰਾ ਡਿਸਾਈਡ ਨਹੀਂ ਕਰਦਾ। ਜੇ ਕਰਦਾ ਹੁੰਦਾ ਤਾਂ ਚੌਟਾਲੇ ਇਹ ਡੇਰੇ ਦੇ ਬਹੁਤ ਕੱਟੜ ਖਿਲਾਫ ਰਹੇ ਨੇ। ਚੌਟਾਲੇ ਨੂੰ ਤਾਂ ਕਦੇ ਹਰਾ ਨਹੀਂ ਸਕੇ ਇਹ ਪਹਿਲਾਂ। ਅਵੇ ਤੁਸੀਂ ਦੇਖੋ, ਡੇਰੇ ਦੇ ਪੂਰਾ ਖਿਲਾਫ ਰਿਹਾ ਚੌਟਾਲਾ ਪਰਿਵਾਰ, ਤੇ ਉੱਥੇ ਤਾਂ ਉਹਨਾਂ ਨੂੰ ਸਿਰਸੇ 'ਚ ਬਹਿ ਕੇ ਨਹੀਂ ਹਰਾ ਸਕੇ। ਸਿਰਸੇ 'ਚ ਹੀ ਹੈ ਨਾ ਡੇਰਾ। ਇਸ ਕਰਕੇ ਇਹ ਵੀ ਨਹੀਂਗਾ, ਪਰ ਇਹ ਨਹੀਂਗਾ ਕਿ ਉਹਨਾਂ ਦਾ ਪ੍ਰਭਾਵ ਨਹੀਂ ਆ। ਇਹ ਵੀ ਨਹੀਂ ਤੁਸੀਂ ਕਹਿ ਸਕਦੇ ਕਿ ਉਹਨਾਂ ਦਾ ਸੀਟਾਂ 'ਤੇ ਪ੍ਰਭਾਵ ਨਹੀਂ ਹੈ। ਮਾਲਵੇ ਦੀਆਂ ਬਹੁਤ ਸਾਰੀਆਂ ਸੀਟਾਂ 'ਤੇ ਉਹਨਾਂ ਦਾ ਪ੍ਰਭਾਵ ਹੈ। ਤਾਂ ਉਹ ਆਪਣੇ ਦੇਖਣਗੇ ਆਪਣੇ ਤਰੀਕੇ ਨਾਲ ਕਿ ਕਿੱਧਰ ਨੂੰ ਰਾਜਨੀਤੀ ਜਾਂਦੀ ਹੈ, ਉੱਧਰ ਨੂੰ ਜਾਣਗੇ। ਉਹ ਤਾਂ ਮਤਲਬ ਗੋ ਵਿਦ ਫਲੋ ਆ, ਉਹਨਾਂ ਨੂੰ ਲੱਗਦਾ ਜਿੱਧਰ ਨੂੰ ਮਾਹੌਲ ਆ ਉੱਧਰ ਨੂੰ ਚਲੇ ਜਾਓ। ਤਾਂ ਮਾਹੌਲ ਦੇਖਣਗੇ, ਸਿਆਸੀ ਪਾਰਟੀ ਉਹ ਦੇਖਣਗੇ ਜਿਹੜੀ ਉਹਨਾਂ ਨੂੰ ਕੋਈ ਫਾਇਦਾ ਦਿੰਦੀ ਹੋਈ, ਜਿਹੜੇ ਉਹਨਾਂ ਦੇ ਬਾਬੇ ਨੂੰ ਬਾਹਰ ਕੱਢਦੀ ਹੋਈ। ਪਰ ਇੰਨਾ ਜ਼ਿਆਦਾ ਇਸ ਟਾਈਮ ਉੱਥੇ ਉਹ ਹੋਇਆ, ਇੱਕ ਪਾਸੇ ਦਿੱਤੇ ਅੰਸਾ, ਹੋਰ ਸਾਧਵੀਆਂ, ਹਨੀਪ੍ਰੀਤ, ਡੇਰੇ ਦਾ ਪਰਿਵਾਰ, ਡੇਰੇ ਵਾਲੇ ਦਾ ਪਰਿਵਾਰ, ਡੇਰੇ ਵਾਲਾ, 5-6 ਉੱਥੇ ਪਾਵਰ ਸੈਂਟਰ ਬਣ ਚੁੱਕੇ ਨੇ। ਕਿੱਧਰ ਨੂੰ ਕਹਾਣੀ ਜਾਂਦੀ ਹੈ, ਆਉਣ ਵਾਲਾ ਸਮਾਂ ਦੱਸੇਗਾ।